ਸਤਿ ਸ਼੍ਰੀ ਅਕਾਲ ਜੀ। ਮੈਂ ਸ਼ਹਿਰੀ ਸੰਧੂ ਸੱਤ ਸਮੁੰਦਰੋਂ ਟੀਵੀ ਚੈਨਲ ਤੋਂ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਜੀ ਵੈਦ ਮਨਜੀਤ ਸਿੰਘ ਜੀ ਹੁਣਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮਨਜੀਤ ਜੀ, ਮੈਂ ਤੁਹਾਡਾ ਇੱਕ ਲੇਖ ਲਿਖਿਆ ਹੋਇਆ ਪੜ੍ਹਿਆ ਜਿਸ ਵਿੱਚ ਤੁਸੀਂ ਲਿਖਿਆ ਕਿ ਗੁਰਬਾਣੀ ਵਿੱਚ ਕਿਹਾ ਗਿਆ ਕਿ ਔਰਤ ਨੂੰ ਬਹੁਤ ਹੀ ਮਹਾਨ ਜਗ੍ਹਾ ਦਿੱਤੀ ਗਈ ਹੈ, ਉਹ ਧੰਨਤਾ ਦੇ ਯੋਗ ਹੈ। ਤੁਸੀਂ ਇਹੋ ਜਿਹੀ ਕਿਹੜੀ ਗੱਲ ਤੋਂ ਪ੍ਰਭਾਵਿਤ ਹੋ ਗਏ ਕਿ ਤੁਸੀਂ ਆਪਣੇ ਲੇਖ ਵਿੱਚ ਇੰਨਾ ਕਰਨ ਦਾ ਯੋਗ ਕੀਤਾ? ਉਹਦੇ ਵਿੱਚ ਐਂ ਗੱਲ ਆ ਸਾਰੀ ਸੰਧੀ, ਜਿਹੜੀ ਗੁਰਬਾਣੀ ਹੈ ਨਾ, ਇਹ ਕੁਦਰਤ, ਮਨੁੱਖੀ ਕਦਰਾਂ ਕੀਮਤਾਂ, ਉਹਦੀਆਂ ਭਾਵਨਾਵਾਂ, ਜੀਵਨ ਜਾਂਚ ਅਤੇ ਮੌਤ ਦੀ ਫਿਲਾਸਫੀ ਦੇ ਅਧਿਐਨ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਇੱਕ ਰੱਬ ਮੰਨ ਕੇ ਚੱਲਦੇ ਹਾਂ, ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਵੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਰੱਬ ਨੂੰ ਮੰਨਿਆ ਜਾਂਦਾ, ਲੋਕ ਡੇਰੇ ਬਹੁਤ ਜਾਂਦੇ, ਡੇਰਿਆਂ ਜਾਂਦੇ ਨੇ, ਉਹਨਾਂ ਦੀ ਕੁੜਮਾਂ ਨਾਲ ਨਹੀਂ ਬਣਦੀ ਹੁੰਦੀ। ਜਿਹੜੇ ਲੋਕ ਘਰਾਂ 'ਚ ਰੱਬ ਨੂੰ ਮੰਨਦੇ, ਜ਼ਿਆਦਾ ਮੰਨਦੇ ਆ, ਉਹ ਉਹਨਾਂ ਆਪਣੇ ਜਾਣੀ ਕਿ ਨਾ ਨੂੰਹਾਂ ਨਾਲ, ਪੁੱਤਾਂ ਨਾਲ ਨਹੀਂ ਬਣਦੇ, ਉਹਨਾਂ ਘਰ 'ਚ ਕਲੇਸ਼ ਜ਼ਿਆਦਾ ਹੁੰਦਾ ਕਿਉਂਕਿ ਉਹ ਉਸ ਰੱਬ ਨੂੰ ਮੰਨਦੇ ਆ ਜਿਹਦਾ ਕੋਈ ਨਾ ਐਡਰੈਸ ਆ, ਨਾ ਕੋਈ ਮੋਬਾਈਲ ਨੰਬਰ ਆ। ਜਿਹੜੀ ਗੁਰਬਾਣੀ ਆ ਉਹ ਪਹਿਲਾਂ ਕਹਿੰਦੇ ਵੀ ਕੁਦਰਤ ਨੂੰ ਸਮਝੋ। ਜਿਹੜੀ ਔਰਤ ਇੱਕ ਧਰਤੀ ਆ ਜਿਹਦੇ ਵਿੱਚੋਂ ਅਸੀਂ ਇਨਸਾਨੀ ਬੂਟੇ ਉੱਗਦੇ ਆ। ਜਿਵੇਂ ਮੰਨ ਲਓ ਅਸੀਂ ਕਹਿੰਦੇ ਲਓ ਜੀ ਅਸੀਂ ਆਪਣਾ ਮੱਕੀ ਬੀਜਤੀ, ਕਣਕ ਬੀਜਤੀ, ਇਹ ਕਿਵੇਂ ਉੱਗਿਆ ਜੀ? ਇਹ ਜੀ ਕੁਦਰਤੀ ਉੱਗਿਆ ਜੀ। ਇੱਕ ਨੇ ਅਸੀਂ ਵੀ ਕੁਦਰਤੀ ਹੀ ਉਤਪੰਨ ਹੋਏ ਆ। ਜਿਵੇਂ ਜਿਹਨੂੰ ਗੁਰਬਾਣੀ ਕਹਿੰਦੇ ਆ, ਜਿਨ ਖੋਜਿਆ ਤੈਨੂੰ ਪਾਇਆ ਮਾਣ। ਅਗਰ ਮੰਨ ਲਓ ਵੀ ਅਸੀਂ ਉਹ ਚੀਜ਼ ਨੂੰ ਖੋਜਾਂਗੇ ਵੀ ਸਾਡੀ ਉਤਪਤੀ ਕਿਵੇਂ ਹੋਈ ਆ, ਤੇ ਫਿਰ ਜਾਣੀ ਕਿ ਮੰਨ ਲਾ ਵੀ ਸਾਨੂੰ ਪਤਾ ਲੱਗੂਗਾ ਬਈ ਇਹਦੀ ਮਨੁੱਖੀ ਕਦਰਾਂ ਕੀ ਭਾਵਨਾ ਕੀਮਤ ਕਿੰਨੀ ਉੱਚੀ ਆ। ਬਈ ਔਰਤ ਮਹਾਨ ਇਸ ਕਰਕੇ ਆ ਵੀ ਜਦੋਂ ਸਾਡੀ ਉਤਪਤੀ ਹੁੰਦੀ ਆ, ਗੁਰਬਾਣੀ ਕਹਿੰਦੀ ਆ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ। ਵੀ ਕਿੱਡੀ ਵੱਡੀ ਵਡਿਆਈ ਆ ਸੰਸਾਰ 'ਚ, ਕਿਸੇ ਨੂੰ ਆਪਣੀ ਮਾਂ ਦਾ ਨਹੀਂ ਪਤਾ। ਅਸੀਂ ਲੋਕਾਂ ਵੱਲ ਦੇਖਦੇ, ਮੈਂ ਵੀ ਇੱਕ ਨੇ ਜੰਮਿਆ ਹੋਊਗਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਈ ਬਾਪ ਕੀ ਸੁੱਧ। ਸਾਨੂੰ 18 ਮਹੀਨਿਆਂ ਬਾਅਦ ਪਤਾ ਲੱਗਦਾ ਮੈਨੂੰ ਕੌਣ ਚੱਕੀ ਫਿਰਦਾ। ਨਾ ਤਾਂ ਸਾਨੂੰ ਉਹ ਪਤਾ ਵੀ ਸਾਡੀ ਮਾਂ ਨੇ ਸਾਨੂੰ ਦੁੱਧ ਚੰਗਾਇਆ, ਨਾ ਸਾਨੂੰ ਇਹ ਪਤਾ ਵੀ ਸਾਡੀ ਉਤਪਤੀ ਕਿਵੇਂ ਹੋਈ ਆ। ਫਿਰ ਇਸ ਕਰਕੇ ਜਿਹੜੀ ਔਰਤ ਆ ਉਹ ਧੰਨਤਾ ਦੇ ਮਹਾਨ ਆ, ਕਿਉਂਕਿ ਜੇ ਸਾਡੀ ਜਿਹਦੇ ਮੇਰੇ 'ਤੇ ਲਾ ਲਓ, ਜੇ ਮੇਰੀ ਮਾਂ ਦੇ ਦੁੱਧ ਦੇ ਵਿੱਚ ਕੋਈ ਖਟਾਸ ਹੁੰਦੀ, ਉਹ 'ਚ ਗੜਬੜ ਹੁੰਦੀ, ਤਾਂ ਮੈਂ ਫਿਰ ਕਹਿਣਾ ਤੁਹਾਡੇ ਸਾਹਮਣੇ ਮੈਂ ਕਿਵੇਂ ਬੈਠਾ ਹੁੰਦਾ। ਇਸ ਕਰਕੇ ਅਸੀਂ ਉਹ ਔਰਤ ਨੂੰ ਨਹੀਂ ਨਮਸਕਾਰ ਕਰਨੀ, ਕਿਉਂਕਿ ਔਰਤ ਇੱਕ ਧਰਤੀ ਆ ਜਿਹਦੇ ਵਿੱਚੋਂ ਅਸੀਂ ਇਨਸਾਨੀ ਬੂਟੇ ਉੱਗੇ ਆ। ਅੱਜ ਤਾਂ ਉਹ ਦੁੱਧ ਨੂੰ ਨਮਸਕਾਰ ਕਰਦੇ ਹਾਂ ਜਿਹਦੀ ਵਜ੍ਹਾ ਕਰਕੇ ਅੱਜ ਅਸੀਂ ਪਾਵਰ ਲਈ ਖੜ੍ਹੇ ਹਾਂ। ਇਸ ਕਰਕੇ ਜਿਹੜੀ ਗੁਰਬਾਣੀ ਆ ਉਹ ਸਾਨੂੰ ਕੁਦਰਤ ਨਾਲ ਜੋੜਦੀ ਆ, ਨਾ ਕਿ ਰੱਬ ਨਾਲ। ਠੀਕ ਆ ਕਿ ਨਹੀਂ? ਹੁਣ ਤੁਹਾਡੇ ਮਨ 'ਚ ਇੱਕ ਸਵਾਲ ਪੈਦਾ ਹੋ ਗਿਆ ਵੀ ਫਿਰ ਤੁਸੀਂ ਇੱਕ ਰੱਬ ਕਹਿੰਦੇ ਹੋ, ਇਹ ਕੁਦਰਤ ਕਹਿੰਦੇ ਹੋ, ਕੀ ਰੱਬ ਔਰ ਕੁਦਰਤ ਕੋਈ ਫਰਕ ਆ? ਦੇਖੋ ਜੀ, ਅਰਬਾਂ ਕਿਲੋਮੀਟਰ ਦਾ ਫਰਕ ਆ। ਉਹ ਫਰਕ ਇਉਂ ਆ ਵੀ ਇਹ ਮੈਂ ਇੱਕ ਥੋੜ੍ਹੀ ਜਿਹੀ ਤੁਹਾਨੂੰ ਮਿਸਾਲ ਦੇ ਦਿੰਦਾ। ਮੰਨ ਲਓ ਵੀ ਇੱਕ ਮੱਝ ਆ, ਉਹ ਮੱਝ ਸੂ ਪੈਂਦੀ ਆ, ਉਹਦਾ ਇੱਕ ਕੱਟਾ ਹੁੰਦਾ। ਹੁਣ ਤੁਸੀਂ ਇਹ ਸਵਾਲ ਕਰੋ ਵੀ ਜੇ ਅਸੀਂ ਕੱਟੇ ਨੂੰ ਮਾਨ ਸਨਮਾਨ ਦੇਵਾਂਗੇ, ਮੈਂਸ ਦੇ ਮੂਹਰੇ ਕਢਾਵਾਂਗੇ ਅਤੇ ਉਹਦੇ ਸਾਹਮਣੇ ਰੱਖਾਂਗੇ, ਉਹਨੂੰ ਸਾਰਾ ਕੁਛ ਹੀ ਕਰਾਂਗੇ, ਫਿਰ ਮੈਂਸ ਪ੍ਰਸੰਨ ਹੋਊਗੀ, ਜਾਂ ਕੱਟੇ ਨੂੰ ਪਰੇ ਕਰ ਦਾਂਗੇ ਫਿਰ ਉਹ ਕੀਲਾ ਹੀ ਚੜਾਊਗੀ। ਜਿਹੜਾ ਮੈਂਸ ਆ ਉਹ ਰੱਬ ਆ, ਜਿਹੜਾ ਕੱਟਾ ਉਹ ਕੁਦਰਤ ਆ। ਹਾਂਜੀ ਮਨਜੀਤ ਜੀ, ਇਹ ਸੁਣਨ ਵਿੱਚ ਇਹ ਵੀ ਆਇਆ ਕਿ ਜਿਸ ਘਰ ਵਿੱਚ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈ, ਆਲਮੋਸਟ ਉਹੀ ਘਰ ਜ਼ਿਆਦਾ ਤਰੱਕੀ ਕਰਦਾ ਹੈ। ਇਹ ਕਿਉਂ? ਉਹਦੇ ਵਿੱਚ ਐਂ ਗੱਲ ਹੁੰਦੀ ਆ ਸੰਧੂ ਸਾਹਿਬ, ਪਹਿਲਾਂ ਸਾਨੂੰ ਇਤਿਹਾਸ ਵੱਲ ਜਾਣਾ ਪਊਗਾ। ਸਾਡੇ ਹਿੰਦੁਸਤਾਨ ਦੇ ਵਿੱਚ ਰਾਜਾ ਹੋਇਆ ਮਹਾਰਾਜਾ ਵਿਕਰਮਾਦਿੱਤਿਆ ਆ। ਪੂਰਾ ਨਾਂ ਸੀਗਾ ਚੰਦਰਗੁਪਤ ਮੌਰੀਆ ਵਿਕਰਮਾਦਿੱਤਿਆ ਆ। ਜਿਹੜਾ ਵਿਕਰਮਾਦਿੱਤਿਆ ਆ ਸ਼ਬਦ ਆ, ਇਹ ਸੰਸਕ੍ਰਿਤ ਦਾ ਸ਼ਬਦ ਆ, ਜਿਹਦਾ ਮਤਲਬ ਹੁੰਦਾ ਚੜ੍ਹਦਾ ਸੂਰਜ। ਉਸ ਰਾਜ ਦੇ ਵਿੱਚ ਉਹਦਾ ਰਾਜ ਘੱਟ ਤੋਂ ਘੱਟ ਇੱਥੋਂ ਬੰਗਾਲ ਦੀ ਖਾੜੀ ਤੋਂ ਲੈ ਕੇ ਉਜੈਨ ਤੋਂ ਲੈ ਕੇ ਉਜੈਨ ਦੀ ਰਾਜਧਾਨੀ ਹੁੰਦੀ ਸੀ, ਤੁਰਕੀ ਤੱਕ ਸੀਗਾ। ਉਹਦੇ ਰਾਜ ਦੇ ਵਿੱਚ ਨਾ ਕੋਈ ਕ੍ਰਾਈਮ ਸੀਗਾ, ਔਰਤਾਂ ਨੂੰ ਬਹੁਤ ਮਹਾਨ ਦਰਜਾ ਦਿੱਤਾ ਜਾਂਦਾ ਸੀਗਾ। ਇਸ ਕਰਕੇ ਜਿਹੜੀ ਉਹ ਅਸੀਂ ਇਤਿਹਾਸ ਨੂੰ ਤਾਂ ਸੁਨਹਿਰੀ ਯੁੱਗ ਵਿੱਚ ਅਸੀਂ ਕਿਤਾਬਾਂ ਤੁਸੀਂ ਪੜ੍ਹਿਓ, ਮੈਂ ਹੀ ਪੜ੍ਹਿਆ, ਬਾਕੀ ਆਪਣੇ ਦਰਸ਼ਕਾਂ ਨੇ ਪੜ੍ਹਿਆ ਹੋਊਗਾ ਬਈ ਹੁਣ ਅਸੀਂ ਕਿਉਂ ਨਹੀਂ ਕਹਿੰਦੇ ਵੀ ਇਹ ਸਾਡਾ ਸੁਨਹਿਰੀ ਯੁੱਗ ਆ, ਕਿਉਂਕਿ ਹੈ ਹੀ ਨਹੀਂ। ਇਸ ਕਰਕੇ ਨਹੀਂ ਹੈਗਾ ਕਿਉਂਕਿ ਜਿਹੜੀ ਔਰਤ ਆ ਅਤੇ ਉਹਨੂੰ ਅਸੀਂ ਮਾਨ ਸਨਮਾਨ ਤਾਂ ਨਹੀਂ ਦਿੰਦੇ ਹੈਗੇ ਵੀ ਇਹਦੇ ਵਿੱਚ ਸਾਡੇ ਕੁਛ ਗੀਤਕਾਰ, ਸਾਡੇ ਕਿੱਸਾਕਾਰ, ਸਾਡੇ ਪਹੁੰਚੇ ਹੋਏ ਬਾਬਾ ਜੀ, ਸਾਡੇ ਕਥਾਵਾਚਕ, ਉਹ ਸਾਨੂੰ ਉਹ ਔਰਤ ਦੇ ਵਿਰੁੱਧ ਹੀ ਸਾਨੂੰ ਸਮਝਾ ਰਹੇ ਨੇ, ਜਿਹਦੇ ਕਰਕੇ ਸਾਡੇ ਮਾਨਸਵਤ ਬੰਦਾ ਟੁੱਟ ਜਾਂਦਾ ਵੀ ਮੈਂ ਕਿੱਧਰ ਨੂੰ ਜਾਵਾਂ, ਵੀ ਬਾਬੇ ਦੀ ਮੰਨਾਂ ਕਿ ਗੀਤਕਾਰ ਦੀ ਮੰਨਾਂ ਤਾਂ ਮੈਂ ਕਿੱਸਾਕਾਰ ਦੀ ਮੰਨਾਂ। ਇਸ ਕਰਕੇ ਜਦੋਂ ਫਿਰ ਇਹਨੂੰ ਫਿਰ ਸਾਨੂੰ ਸਿਆਣੇ ਬਣਨ ਦੀ ਕੀ ਲੋੜ, ਕਦੋਂ ਲੋੜ ਪਊਗੀ? ਜਦੋਂ ਇਤਿਹਾਸ ਨਾਲ ਜੁੜਾਂਗੇ ਵੀ ਸਾਡਾ ਇਤਿਹਾਸ ਕੀ ਕਹਿੰਦਾ। ਸਾਡੇ ਇਤਿਹਾਸ ਨੇ ਇੱਕ ਗਰੀਬ ਦੀ ਧੀ ਵਾਸਤੇ ਸ਼ਹੀਦ ਭਾਈ ਤਾਰੂ ਸਿੰਘ ਦੀ ਖੋਪੜੀਆਂ ਲਾ ਗਏ। ਅਤੇ ਜ਼ੁਲਮ ਕਿਤੇ ਹੁੰਦਾ ਸੀ? ਔਰਤ 'ਤੇ ਜ਼ੁਲਮ ਹੁੰਦਾ ਜਦੋਂ ਹੁਣ ਮੰਨ ਲਾ ਗੁਰੂ ਸਾਹਿਬਾਂ ਨੇ ਆਪਣੀਆਂ ਜਾਣੀ ਕਿ ਮੰਨ ਲਾ ਸਰਬੰਸ ਵਾਰ ਗਏ। ਜਦੋਂ ਕੋਈ ਧਾੜਵੀ ਬਾਹਰੋਂ ਕੋਈ ਹਮਲਾ ਕਰਦੇ, ਜ਼ੁਲਮ ਕਰਦੇ, ਪਹਿਲਾਂ ਔਰਤ ਹੀ ਹੁੰਦਾ। ਔਰਤ ਜਾਤੀ ਨੂੰ ਬਚਾਉਣ ਵਾਸਤੇ ਹੀ ਗੁਰੂ ਸਾਹਿਬਾਂ ਨੇ ਆਪਣੇ ਸਰਬੰਸ ਵਾਰ ਕੇ ਕੀ ਹੋਣਾ ਸੀ ਉਹਦੀ ਕੀਮਤ ਪਾਉਂਦੇ ਹਾਂ, ਕਿਤੇ ਸੋਚਦੇ ਕਿਤੇ ਉਹ ਇਤਿਹਾਸ ਦੇ ਝਾਤੀ ਮਾਰਦੇ ਹਾਂ ਅਸੀਂ। ਇਹਦੀ ਵਜ੍ਹਾ ਕਰਕੇ ਅਸੀਂ ਮਾਨਸਿਕ ਤੌਰ 'ਤੇ ਟੁੱਟ ਚੁੱਕੇ ਹਾਂ।
ਹਾਂਜੀ ਮਨਜੀਤ ਜੀ, ਹੁਣੇ ਤੁਸੀਂ ਜ਼ਿਕਰ ਕੀਤਾ ਵਿਕਰਮਾਦਿੱਤਿਆ ਜੀ ਦਾ। ਜਦੋਂ ਉਹਨਾਂ ਦਾ ਰਾਜ ਸੀ ਉਸ ਸਮੇਂ ਸੁਨਹਿਰੀ ਮੌਕੇ ਦੇ ਵਿੱਚ ਵੀ ਔਰਤਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਜਾਂਦੀ ਸੀ, ਪਰ ਉਹੀ ਰਿਸਪੈਕਟ ਸਾਨੂੰ ਹੁਣ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ। ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਔਰਤਾਂ ਦੀ ਘਰ ਵਿੱਚ ਇੱਜ਼ਤ ਕੀਤੀ ਜਾਂਦੀ ਹੈ। ਇਹ ਕਿਉਂ? ਇਹਦੇ ਵਿੱਚ ਐਂ ਗੱਲ ਹੈ ਸੰਧੂ ਸਾਹਿਬ, ਪਹਿਲਾਂ ਜਦੋਂ ਵਿਕਰਮ ਦਾ ਰਾਜ ਜਾਣੀ ਕਿ ਵਿਕਰਮਾਂ ਦੇ ਤੋਂ ਬਾਅਦ 'ਚ ਨਾ ਫਿਰ ਅੱਗੇ ਹਿਸਾਬ ਕਿਤਾਬ ਹੁੰਦਾ ਸੀ। ਜਦੋਂ ਰਾਜਾ ਮਾਲਾ ਆਪਣੀ ਉਮਰ ਭੋਗ ਲੈਂਦਾ ਸੀ ਫਿਰ ਉਹ ਜਾ ਕੇ ਆਪਣੀ ਤਪੱਸਿਆ ਕਰਨ ਲੱਗ ਜਾਂਦਾ ਸੀ। ਜਦੋਂ ਉਹ ਫਿਰ ਵਿਕਰਮ ਦਾ ਅੰਤ ਸਮਾਂ ਆਇਆ, ਉਹਨੇ ਫਿਰ ਆਪਣੇ ਪੁੱਤਰ ਬਿੰਦੂਸਾਰ ਨੂੰ ਉਹਨੇ ਰਾਜ ਦੇ ਦਿੱਤਾ ਸੀਗਾ। ਉਹ ਫਿਰ ਜਦੋਂ ਰਾਜ ਉਹਨੇ ਵੀ ਉਕਣੀ ਚਲਾਇਆ। ਉਹ ਤੋਂ ਬਾਅਦ ਫਿਰ ਜਿਹੜਾ ਬਿੰਦੂਸਾਰ ਤੋਂ ਮੁੰਡਾ ਸੀਗਾ ਉਹਦਾ ਸੀਗਾ ਅਸ਼ੋਕ ਸਮਰਾਟ। ਉਸ ਤੋਂ ਬਾਅਦ ਜਿਹੜਾ ਹਿੰਦੁਸਤਾਨ ਵਿੱਚ ਔਰਤਾਂ ਜਾਂ ਹਿੰਦੁਸਤਾਨ ਦਾ ਜਿਹੜਾ ਅੱਜ ਕੱਲ੍ਹ ਦਾ ਆਪਾਂ ਦੇਖਦੇ ਹਾਂ, ਇਹ ਉਹਦੀ ਵਜ੍ਹਾ ਕਰਕੇ ਹੋਇਆ ਕਿਉਂਕਿ ਉਹਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ। ਉਹ ਫਿਰ ਸਾਡੀਆਂ ਸਰਹੱਦਾਂ ਕਮਜ਼ੋਰ ਪੈ ਗਈਆਂ। ਫਿਰ ਜਦੋਂ ਬਾਹਰਲੇ ਧਾੜਵੀ ਹੋਣਾਂ ਦੇ ਹਮਲੇ ਹੋ ਗਏ, ਮੰਗੋਲੀਆਂ ਦੇ ਹਮਲੇ ਹੋ ਗਏ ਹੈ ਨਾ, ਉਹ ਫਿਰ ਸਾਡੀ ਔਰਤ ਨੂੰ ਬਹੁਤ ਬੇਪਤ ਕਰਨ ਲੱਗ ਗਏ। ਉਦੋਂ ਜਾਣੀ ਕਿ ਇਹ ਸ਼ੁਰੂਆਤ ਹੋ ਗਈ ਸੀਗੀ ਇਸ ਕਰਕੇ। ਉਹ ਤੋਂ ਬਾਅਦ ਫਿਰ ਜਦੋਂ ਚਲੋ ਉਸ ਤੋਂ ਬਾਅਦ ਫਿਰ ਦੇਖ ਲਓ ਆਪਣੇ ਮੁਸਲਮਾਨ ਆ ਗਏ, ਠੀਕ ਹੈ ਕਿ ਨਹੀਂ। ਚਲੋ ਉਹਨਾਂ ਨੇ ਵੀ ਜੋ ਕੁਛ ਕੀਤਾ ਉਹ ਆਪਾਂ ਨੂੰ ਪਤਾ ਹੀ, ਉਹ ਕੋਈ ਦੁਬਾਰਾ ਆਪਾਂ ਨੂੰ ਗ੍ਰਹਿਣ ਕਰਨ ਦੀ ਲੋੜ ਨਹੀਂ। ਉਹ ਤੋਂ ਬਾਅਦ ਫਿਰ ਸਾਡੇ ਸਨ 47 ਆ ਗਈ। ਸਨ 47 ਦੇ ਵਿੱਚ ਫਿਰ ਇਹਨਾਂ ਗਾਂਧੀ, ਨਹਿਰੂ, ਪਟੇਲ ਵਗੈਰਾ ਹੈ ਨਾ, ਇਹਨਾਂ ਜੁੰਡਲੀ ਨੇ ਜੋ ਕੁਛ ਕੀਤਾ। ਕਿੰਨੀਆਂ ਔਰਤਾਂ ਦੇ ਹੋਇਆ ਜਾਣੀ ਕਿ ਬਲਾਤਕਾਰ ਹੋਏ, ਕਿੰਨਾ 30 ਲੱਖ ਬੰਦਾ ਮਾਰਿਆ ਗਿਆ। ਇਹ ਉਹਨਾਂ ਦੀ ਵਜ੍ਹਾ ਫਿਰ ਉਹ ਜਾਣੀ ਕਿ ਜਿਹੜਾ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਅਸ਼ੋਕ ਦੀ ਆਤਮਾ ਉਹ ਸ਼ਾਇਦ ਗਾਂਧੀ, ਨਹਿਰੂ 'ਚ ਆ ਗਈ। ਇਸ ਕਰਕੇ ਜਨ ਸਾਡਾ ਇਹ ਵਿਨਾਸ਼ ਹੋ ਗਿਆ। ਤੇ ਮਨਜੀਤ ਜੀ, ਪੀਲੂ ਦੇ ਇੱਕ ਲੇਖ ਵਿੱਚ ਲਿਖਿਆ ਹੋਇਆ ਜਿਸ ਵਿੱਚ ਉਸਨੇ ਕਿਹਾ ਕਿ ਸਾਹਿਬਾ ਨੇ ਮਿਰਜ਼ੇ ਨੂੰ ਮਰਵਾਇਆ। ਕਿਤੇ ਨਾ ਕਿਤੇ ਮਿਰਜ਼ੇ ਦੀ ਮੌਤ ਦਾ ਕਾਰਨ ਸਾਹਿਬਾ ਹੀ ਸੀ। ਉਹਨੇ ਵੀ ਤਾਂ ਕਿਤੇ ਨਾ ਕਿਤੇ ਦੇਖਿਆ ਜਾਵੇ ਇਹੀ ਗੱਲ ਕਹੀ ਹੈ ਕਿ ਔਰਤ ਹੀ ਗਲਤ ਹੈ। ਉਹਦੇ ਵਿੱਚ ਐਂ ਗੱਲ ਆ ਵੀ ਤੁਸੀਂ ਸੰਧੂ ਜੀ, ਕੋਈ ਵੀ ਗੱਲ ਹੁੰਦੀ ਨਾ, ਕੋਈ ਬੰਦਾ ਲੇਖ ਲਿਖਦਾ ਹੁੰਦਾ, ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੁੰਦਾ ਬਈ ਆਪਾਂ ਇੱਕ ਚੀਜ਼ ਪੜ੍ਹਦੇ ਹਾਂ ਦਵਾ ਐਂ ਕਰੀ ਜਾਂਦੇ ਆ ਮਗਰ ਕਹਿੰਦੇ ਆਹ ਰਿਜ਼ਲਟ ਉਹੀ ਸਰਟੀਫਿਕੇਟ ਕੱਟ ਕੇ ਦੇ ਦਿੰਦੇ ਆ। ਲਓ ਜੀ, ਤਾਂ ਆਹ ਸਰਟੀਫਿਕੇਟ ਦੇਤਾ ਸੀ, ਕੱਟ ਕੇ ਦੇ ਦੇਣ, ਜਾ ਕੇ ਆਪਣੀ ਦੀਵਾਰ ਤੇ ਲਾ ਲਿਓ। ਮੇਰਾ ਕਹਿਣ ਦਾ ਦਰਸ਼ਕਾਂ ਵੀਰਾਂ ਨੂੰ ਮਤਲਬ ਹੈ ਪਹਿਲਾਂ ਪੀਲੂ ਤੁਸੀਂ ਜਿਹੜਾ ਕਿੱਸਾ ਧਿਆਨ ਨਾਲ ਪੜ੍ਹੋ ਵੀ ਉਹ ਕਹਿੰਦਾ ਕੀ ਆ। ਪਹਿਲਾਂ ਉਹ ਇਹ ਗੱਲ ਕਹਿੰਦਾ ਬਈ ਸਾਹਿਬਾ ਨੇ ਮਿਰਜ਼ੇ ਨੂੰ ਕਿਹਾ ਮੈਨੂੰ ਲੈ ਜਾ। ਫਿਰ ਸਾਹਿਬਾ ਤਾਂ ਆ ਗਈ। ਫਿਰ ਸਾਹਿਬਾ ਨੇ ਇਹ ਗੱਲ ਕਹੀ ਆ, ਨਾਲੇ ਲਿਖਦਾ ਉਹ ਆਪ ਹੀ ਪਤੰਦਰ, ਮੈਂ ਪਤੰਦਰੇ ਕਹੂੰਗਾ। ਜਿਹੜਾ ਬੰਦਾ ਗਿਆਨ ਤੋਂ ਬਾਹਰ ਜਾਂਦੀ ਹੈ ਨਾ ਉਹ ਉਹਨੂੰ ਪਤੰਦਰ ਕਿਹਾ ਜਾਂਦਾ, ਜਾਂ ਉਹਨੂੰ ਝੱਖ ਮਾਰਨਾ। ਗੁਰਬਾਣੀ ਕਹਿੰਦੀ ਗੱਲ ਗਿਆਨ ਤੋਂ ਬਾਹਰ ਨਹੀਂ ਝੱਖ ਮਾਰਨਾ ਕਿਹਾ ਜਾਂਦਾ ਹੁੰਦਾ। ਫਿਰ ਜਦੋਂ ਉਹਨੇ ਕਹਿਤਾ ਬਈ ਮਿਰਜ਼ਾ ਵੀ ਮੈਨੂੰ ਪਹਿਲਾਂ ਲੈ ਚੱਲ, ਮੇਰੇ ਭਾਈ ਮਗਰੋਂ ਆਉਂਦੇ ਆ। ਹੁਣ ਜਦੋਂ ਉਹ ਕਹਿੰਦਾ ਨਹੀਂ, ਕਹਿੰਦਾ ਮੈਂ ਤਾਂ ਜਾਣ ਥਲੇ ਹੁਣੀ ਦੇਖਣਾ, ਕਿਉਂਕਿ ਜਿਹੜਾ ਮਿਰਜ਼ਾ ਸੀ ਮੇਰੇ ਹਿਸਾਬ ਨਾਲ ਉਹ ਪਿਆਰ ਦਾ ਭੁੱਖਾ ਨਹੀਂ ਸੀ, ਉਹ ਜਿਸਮ ਦਾ ਭੁੱਖਾ ਸੀਗਾ। ਇਸ ਤਰ੍ਹਾਂ ਜਾਣੀ ਕਿ ਮਤਲਬ ਸਾਹਿਬਾਂ ਪਹਿਲਾਂ ਤਾਂ ਉਹਨੂੰ ਮਹਾਨ ਕਰ ਦਿੰਦਾ, ਬਾਅਦ 'ਚ ਉਹਦੇ ਜ਼ੀਰੋ ਕਰ ਦਿੰਦਾ। ਇਸ ਕਰਕੇ ਜਿਹੜਾ ਕਸੂਰਵਾਰ ਆ ਉਹ ਮਿਰਜ਼ਾ ਹੀ ਆ, ਕਿਉਂਕਿ ਜਦ ਸਾਹਿਬਾਂ ਕਹਿੰਦੇ ਮੈਨੂੰ ਘਰ ਨੂੰ ਲੈ ਚੱਲ ਤੂੰ, ਮੈਨੂੰ ਉਹ ਕਿਉਂ ਨਹੀਂ ਮੰਨਿਆ ਹੈਗਾ। ਇਹ ਕਸੂਰ ਤਾਂ ਉਹਦਾ ਫਿਰ ਉਹ ਆਪਣੀ ਅੱਖ, ਉਹੀ ਅੱਖ ਦੇਖਣ ਵਾਲੀ ਪੀਲੂ ਦੀ ਹੋਰ ਆ। ਸਾਡੀ ਇਹ ਆ ਵੀ ਗੁਰੂ ਸਾਹਿਬਾਂ ਨੇ ਉੱਚੇ 'ਚ ਕਿਹਾ ਸੀ, ਕਿਵੇਂ ਮਾੜਾ ਕਵਾਂਗੇ। ਹਾਂਜੀ ਮਨਜੀਤ ਜੀ, ਜ਼ਿਆਦਾਤਰ ਘਰਾਂ ਵਿੱਚ ਦੇਖਿਆ ਗਿਆ ਕਿ ਔਰਤਾਂ ਦੇ ਗੁਣਾਂ ਵੱਲ ਤਾਂ ਘੱਟ ਧਿਆਨ ਦਿੱਤਾ ਜਾਂਦਾ, ਪਰ ਉਹਦੇ ਔਗੁਣਾਂ ਦਾ ਕੁਝ ਜ਼ਿਆਦਾ ਇਸ਼ੂ ਬਣਾ ਦਿੱਤਾ ਜਾਂਦਾ ਕਿ ਇਹਦੇ ਵਿੱਚ ਇਹ ਕਮੀਆਂ ਨੇ ਜੀ, ਇਹ ਗੱਲ ਨਹੀਂ ਸਹੀ ਹੈਗੀ। ਇਦਾਂ ਕਿਉਂ ਦੇਖਣ ਨੂੰ ਮਿਲਦਾ ਆਪਾਂ ਨੂੰ? ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ, ਪਹਿਲਾਂ ਤਾਂ ਆਪਾਂ ਪੀਲੂ ਵਾਲੀ ਗੱਲ ਕਰ ਲਈ ਸੀ। ਉਹ ਤੋਂ ਬਾਅਦ ਸਾਡੇ ਗੀਤਕਾਰ ਨੇ ਗੀਤ ਲਿਖਿਆ ਸੀਗਾ, ਤੀਵੀਂ ਖਾਣ ਬਰਫੀਆਂ ਗਿੱਝ ਜੈ ਪੱਟ ਦਿੰਦੀ ਹੈ ਘਰ-ਬਾਰ। ਅਗਰ ਮੰਨ ਲਓ ਵੀ ਉਹਦਾ ਲੇਖਕ ਸੀਗਾ ਗੀਤਕਾਰ ਜੀ, ਉਹ ਇਹ ਕਹਿ ਦਿੰਦਾ ਬੰਦਾ ਪੀਣ ਸ਼ਰਾਬ ਜੇ ਗਿੱਝ ਜੈ ਪੱਟ ਦਿੰਦਾ ਹੈ ਘਰ-ਬਾਰ, ਨਾਲੇ ਉਹ ਗੁਰੂ ਨਾਨਕ ਦੇ ਬੋਲਾਂ ਦੇ ਪੂਰਾ ਉਤਰ ਜਾਂਦਾ ਵੀ ਸੋ ਕੇ ਉਹ ਮੰਦਾ ਆਖੀਏ ਜਿਤ ਜੰਮੇ ਰਜਾਨ। ਜਾਣੀ ਕਿ ਉਸ ਮੌਕੇ ਔਰਤਾਂ ਬਹੁਤ ਬੇਪਤੀ ਹੋਣ ਲੱਗ ਗਈ ਸੀ। ਉਹ ਤੋਂ ਬਾਅਦ ਫਿਰ ਸਾਡੇ ਤੁਸੀਂ ਕਦੇ ਜਦੋਂ ਕੋਈ ਤੁਹਾਨੂੰ ਮਰਗ ਦਾ ਭੋਗ ਆਊਗਾ ਨਾ, ਤੁਸੀਂ ਜਾਇਓ ਉੱਥੇ, ਮੈਨੂੰ ਯਾਦ ਕਰਿਓ ਤੁਸੀਂ। ਉਹ ਭਾਈ ਜੀ ਕਹੂਗਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਸਾਧ ਸੰਗਤ ਜੀ, ਜਦੋਂ ਬੰਦਾ ਮਰ ਜਾਂਦਾ ਤੀਵੀਂ ਛੱਡ ਕੇ ਭੱਜ ਜਾਂਦੀ ਹੈ। ਉਹ ਨਾ ਜਾਣੀ ਕਿ ਇਹਦਾ ਅਰਥ ਉਹ ਕੱਢਦੇ ਆ। ਇਹ ਸ਼ਲੋਕ ਮਹਲਾ 9ਵਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੈ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਦੱਸਣੀ ਚਾਹੁੰਦਾ ਵੀ ਦੇਖੋ ਮੇਰੇ ਵੀਰੋ, ਤੁਹਾਡੇ ਵਾਸਤੇ ਮੈਂ ਬੇਨਤੀ ਕਰਦਾ ਬਈ ਹਮੇਸ਼ਾ ਹੀ ਗੁਰਬਾਣੀ ਨੂੰ ਵਿਗਿਆਨਕ ਪੱਖ ਤੋਂ ਲੈ ਕੇ ਆਇਆ ਕਰੋ, ਨਾ ਕਿ ਸਰਦਾ ਪੱਖ। ਸਰਦਾ ਜਿਵੇਂ ਮਰਜ਼ੀ ਆਪਣੀ ਮਰਜ਼ੀ ਹੱਥ ਕੱਢੀ ਜਾਓ। ਸੋ ਇਹਦਾ ਅਰਥ ਇਹ ਬਣਦਾ ਘਰ ਕੀ ਨਾਰ, ਘਰ ਸਾਡਾ ਸਰੀਰ ਆ, ਨਾਰ ਇਹ 'ਚ ਆਤਮਾ ਬੈਠੀ ਹੈ। ਬਹੁਤ ਹਿੱਤ ਜਾਸਿਓ, ਇਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ। ਜਬ ਹੀ ਹੰਸ ਤਜੀ ਇਹ ਕਾਇਆ, ਜਦੋਂ ਇਹ ਜਿਹੜਾ ਆਪਣਾ ਜੀਵ ਆ, ਚਾਹੇ ਲੜਕੀ ਆ ਚਾਹੇ ਲੜਕਾ, ਜਦੋਂ 16 ਤੋਂ 17ਵੇਂ ਸਾਲ 'ਚ ਪੈਰ ਰੱਖਦਾ, ਹਰੇਕ ਬੰਦਾ ਹੀ ਸਿਫਤ ਕਰਦਾ, ਕਿਉਂਕਿ ਕੁਦਰਤ ਦਾ ਰਾਜ ਹੁੰਦਾ, ਆਤਮਾ ਦਾ ਰਾਜ ਹੁੰਦਾ। ਘਰ ਕੇ ਬਹੁਤੇ ਜਬ ਹੀ ਹੰਸ ਤਜੀ, ਤਜੀ ਘੋੜੇ ਨੂੰ ਵੀ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ, ਤਜੀ ਹੰਕਾਰ ਨੂੰ ਵੀ ਕਹਿੰਦੇ ਨੇ। ਇਹ ਕਾਇਆ, ਕਾਇਆ ਦਾ ਮਤਲਬ ਸਾਡੀਆਂ ਭਾਵਨਾਵਾਂ ਟੁੱਟ ਜਾਣੀਆਂ, ਠੀਕ ਹੈ ਕਿ ਨਹੀਂ। ਫਿਰ ਅਸੀਂ ਜਾਣ ਕੇ ਜਿਹਨੂੰ ਆਪਾਂ ਸ਼ੈਤਾਨ ਕਹਿੰਦੇ ਹੁੰਦੇ, ਸ਼ੈਤਾਨ ਬੁੱਧੀ ਹੋ ਗਈ, ਜਾਂ ਬਈ ਮਨ ਹੋਰ ਮੁੱਖ ਹੋਰ, ਕਾਂਡੇ ਕੱਚੇ ਆ, ਮਨ 'ਚ ਕੁਛ ਹੋਰ ਆ, ਦਿਮਾਗ 'ਚ ਕੁਛ ਹੋਰ ਆ, ਮੂੰਹ 'ਚ ਹੋਰੇ ਕੱਢੀ ਜਾਂਦੇ ਹੁੰਦੇ ਆ।
ਤੇ ਜੀ ਇਹ ਕਾਇਆ ਪ੍ਰੇਤ ਕਰਕੇ ਭਾਗੇ। ਫਿਰ ਸਾਡੀ ਆਤਮਾ ਹੁੰਦੀ ਆ ਨਾ, ਇਹ ਜਾਣ ਕੇ ਪਰੇ ਹੋ ਕੇ ਬਹਿ ਜਾਂਦੇ, ਫਿਰ ਇਹ 'ਤੇ ਜਿਹੜਾ ਮਨ ਆ ਇਹਦੀਆਂ ਇਛਾਵਾਂ ਭਾਰੂ ਹੋ ਜਾਂਦੀਆਂ ਨੇ, ਫਿਰ ਇਹ ਕਿਸੇ ਦੇ ਔਗਣ ਤੇ ਦੇਖਣ ਜੋਗੇ ਰਹਿ ਜਾਂਦਾ, ਕਰ ਕੁਛ ਨਹੀਂ ਸਕਦਾ। ਜਿਹੜਾ ਤੁਹਾਡਾ ਅਗਲਾ ਸਵਾਲ ਆ ਵੀ ਅਸੀਂ ਘਰ ਦੇ ਵਿੱਚ ਇਸ ਤਰ੍ਹਾਂ ਕਿਉਂ ਕਰਦੇ ਹਾਂ, ਮੈਂ ਆਪਣੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਡੀਆਂ ਲਾਵਾਂ ਹੁੰਦੀਆਂ ਨੇ, ਠੀਕ ਹੈ ਕਿ ਨਹੀਂ, ਤੁਸੀਂ ਉਹਦੇ ਵਿਆਹ ਕਰਾਉਣ ਤੋਂ ਪਹਿਲਾਂ, ਚਾਹੇ 2 ਘੰਟੇ ਪਹਿਲਾਂ ਜਾਂ 10 ਸਾਲ ਬਾਅਦ ਜਦ ਵਿਆਹ ਹੋ ਜਾ, ਉਹ ਤੋਂ ਪਹਿਲਾਂ ਜਦ ਦਿਨ ਪੈ ਜਾਂਦੇ ਨੇ, ਉਸ ਮੌਕੇ ਤੁਸੀਂ ਇਹ ਸੋਚਿਆ ਕਰੋ ਵੀ ਅਸੀਂ ਘਰ ਦੇ ਵਿੱਚ ਆਪਣੀਆਂ ਘਰ ਵਾਲੀਆਂ ਤਾਂ ਨੂੰਹਾਂ ਨੂੰ ਅਸੀਂ ਮੰਦਾ ਕਿ ਚੰਗਾ ਕਿਉਂ ਬੋਲਦੇ ਹਾਂ, ਕਿਉਂਕਿ ਸਾਡੀਆਂ ਆਪਣੀਆਂ ਨਹੀਂ ਹੁੰਦੀਆਂ। ਆਪਣੀਆਂ ਬਣਾਉਣ ਵਾਸਤੇ ਗੁਰੂ ਸਾਹਿਬਾਂ ਨੇ 4 ਲਾਵਾਂ ਪੈਦਾ ਕੀਤੀਆਂ ਵੀ ਤੁਸੀਂ 200 ਬੰਦੇ ਤੁਸੀਂ ਆਪਣਾ ਜਾਣੀ ਕਿ ਆਪਣੇ ਬਣ ਜਾਓ। ਫਿਰ ਜਦੋਂ ਘਰੇ ਅਸੀਂ ਆ ਜਾਣੋ ਕਿ ਸਮਝ ਤਾਂ ਹੈ ਨਹੀਂ, ਤੇ ਬਈ ਸਮਝ ਹੈ ਨਹੀਂ, ਫਿਰ ਆਪਣੇ ਦਰਸ਼ਕ ਵੀਰਾਂ ਨੂੰ ਮੈਂ ਇੱਕ ਹੋਰ ਵੀ ਗੱਲ ਦੱਸ ਦਿੰਦਾ ਵੀ ਸਾਡੇ ਪੰਜਾਬ ਦੇ ਵਿੱਚ 50,000 ਗੁਰਦੁਆਰੇ ਆ ਤੇ 14,000 ਬਾਬੇ ਆ ਪਹੁੰਚੇ ਹੋਏ, ਠੀਕ ਹੈ ਕਿ ਨਹੀਂ, ਤੇ 12,000 ਮੰਦਿਰ ਨੇ, 8,000 ਮਸਜਿਦਾਂ ਨੇ, ਇੱਥੇ ਕੋਈ ਬੰਦਾ ਤਾਂ ਬਣਦਾ ਨਹੀਂ। ਉਹ ਕਿਉਂ ਨਹੀਂ ਬਣਦੇ, ਪਿੱਛੇ ਕਾਰਨ ਇਹ ਆ ਸੰਧੂ ਸਾਹਿਬ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ, ਉਹਦੇ ਵਿੱਚ 4 ਪੰਜਾਬੀਆਂ ਨੇ, 9 ਵਿਆਕਰਨਾਂ ਨੇ, ਠੀਕ ਹੈ ਕਿ ਨਹੀਂ। ਤੇ ਕੋਈ ਕਹਿੰਦਾ, ਜਾਣੀ ਮੈਂ ਕੋਈ ਗੱਲ ਕਰਦਾ ਵੀ ਲੋਕ ਜਾਣੀ ਕਿ ਵਿਦਵਾਨ ਲੋਕ ਕਹਿੰਦੇ ਆ, ਕੋਈ ਕਹਿੰਦਾ ਇਹ 62 ਭਾਸ਼ਾਵਾਂ 'ਚ ਦਰਜ ਆ, ਕੋਈ ਕਹਿੰਦਾ 40 'ਚ ਨੇ, ਪਰ ਮੇਰੇ ਹਿਸਾਬ ਨਾਲ 31 ਭਾਸ਼ਾਵਾਂ 'ਚ ਦਰਜ ਆ, ਠੀਕ ਹੈ ਕਿ ਨਹੀਂ, ਵੀ ਉਹ 31 ਭਾਸ਼ਾਵਾਂ 'ਚ ਦਰਜ ਆ। ਹੁਣ ਨਾ ਕਿਸੇ ਵਿਦਵਾਨ ਨੂੰ ਫਾਰਸੀ ਆਉਂਦੀ ਆ, ਨਾ ਕਿਸੇ ਨੂੰ ਅਰਬੀ ਆਉਂਦੀ ਆ, ਨਾ ਕਿਸੇ ਨੂੰ ਪਸ਼ਤੋ ਅਫਗਾਨਿਸਤਾਨ ਦੀ ਆਉਂਦੀ ਆ, ਨਾ ਕਿਸੇ ਨੂੰ 4 ਪੰਜਾਬੀਆਂ, 9 ਵਿਆਕਰਨਾਂ ਦੇ, ਨਾ ਕਿਸੇ ਨੂੰ ਸੰਸਕ੍ਰਿਤ ਆਉਂਦੀ ਆ, ਨਾ ਲਾਮਾ, ਨਾ ਪਾਲੀ, ਨਾ ਮਰਾਠੀ ਆਉਂਦੀ ਤਾਂ ਹੈ ਨਹੀਂ ਗੀ, ਹੈ ਨਾ। ਇਸ ਕਰਕੇ ਜਾਣੀ ਕਿ ਸਾਡੇ ਪੱਲੇ ਕੁਛ ਨਹੀਂ ਪੈਂਦਾ ਹੈਗਾ। ਜਿਹੜੇ ਸਾਡੇ ਵਿਦਵਾਨ ਲੋਕ ਨੇ ਉਹ ਪੜ੍ਹੇ ਨਹੀਂ ਹੋਏ ਹੈਗੇ, ਠੀਕ ਹੈ ਕਿ ਨਹੀਂ। ਸਾਡੇ ਵਿਦਵਾਨਾਂ ਨੇ, ਜਿਹੜੇ ਸਾਡੇ ਪੰਜਾਬ ਦੇ ਬੜੇ ਵਿਦਵਾਨ ਨੇ, ਉਹਨਾਂ ਨੂੰ ਨਾ ਤਾਂ ਉਹਨੇ ਆਰੀਆ ਭੱਟ ਪੜ੍ਹਿਆ ਵੀ ਜਿਹੜਾ ਸਾਨੂੰ ਦੱਸਦਾ ਵੀ ਇਹ ਬ੍ਰਹਿਮਣ ਕਿਵੇਂ ਚੱਲਦਾ, ਵੀ ਤੁਸੀਂ 2 ਪੈਰਾਂ 'ਤੇ ਖੜ੍ਹੇ ਕਿਵੇਂ ਹੋ, ਤੁਸੀਂ ਦੇਖਦੇ ਕਿਵੇਂ ਹੋ, ਜਦੋਂ ਕਿ ਧਰਤੀ 1,20,000 ਕਿਲੋਮੀਟਰ ਪ੍ਰਤੀ ਘੰਟਿਆਂ ਸੂਰਜ ਵਾਲੇ ਘੁੰਮਦੀ ਆ, ਠੀਕ ਹੈ ਕਿ ਨਹੀਂ। ਤੇ ਨਾ ਸਾਨੂੰ, ਮੈਂ ਦਰਸ਼ਕ ਵੀਰਾਂ ਨੂੰ ਇਹ ਗੱਲ ਕਰਦਾ ਵੀ ਜੇ ਤੁਸੀਂ ਘਰ ਦੇ ਤੁਹਾਡੇ 5 ਭੈਣ ਭਾਈਓ, 4 3 ਜਿੰਨੇ ਵੀ ਹੈਗੇ ਹੋ, ਤੁਸੀਂ ਸੋਚੋ ਵੀ ਅਸੀਂ ਇੱਕ ਪਿਓ ਤੇ ਮਾਂ ਦੇ ਧੀ ਪੁੱਤ ਹਾਂ, ਸਾਡੇ ਰੰਗਾਂ ਤੇ ਵੱਖਰੇ ਆਉਂਦੇ ਆ, ਸੁਭਾਅ ਤਸੀਰ ਕਿਉਂ ਵੱਖਰੇ ਆਉਂਦੇ ਆ। ਇਹ ਸੰਧੂ ਸਾਹਿਬ, ਇਹ ਗਿਆਨ ਨਾ ਹੋਣ ਦੀ ਵਜ੍ਹਾ ਕਰਕੇ ਸਾਡੇ 'ਚ ਹਉਮੈ ਪੈਦਾ ਹੁੰਦੀ ਆ। ਹਉਮੈ ਦਾ ਮਤਲਬ ਕੀ ਹੁੰਦਾ, ਜਦੋਂ ਘਰ ਦੇ ਵਿੱਚ ਬਜ਼ੁਰਗ ਜਾਣੀ ਘਰ ਦਾ ਮੁਖੀ ਕਹਿ ਦੇਵੇ ਨਾ ਵੀ ਜਦੋਂ ਮੈਂ ਮਰ ਗਿਆ ਤੁਸੀਂ ਭੁੱਖੇ ਮਰੋਗੇ, ਉਸ ਸਮੇਂ ਘਰ ਦਾ ਵਿਨਾਸ਼ ਸ਼ੁਰੂ ਹੋ ਜਾਂਦਾ, ਉਹ 'ਚ ਹਉਮੈ ਆ ਜਾਂਦੀ ਆ। ਹਉਮੈ ਦੀਰਘ ਹੁੰਦਾ ਸੰਸਕ੍ਰਿਤ ਦਾ ਸ਼ਬਦ ਆ, ਜਿਹਦਾ ਹੁੰਦਾ ਨਾ ਹਟਣ ਵਾਲਾ ਰੋਗ। ਹਉਮੈ ਦੀਰਘ ਰੋਗ ਹੈ, दारू ਵੀ ਇਸ ਮਾਹੇ। ਹੁਣ ਮਾਹੇ ਅੰਦਰ ਤਾਂ ਦੇਖੋ, ਜੇ ਹਉਮੈ ਖਤਮ ਹੋ, ਉਹ ਤਾਂ ਹੋਣੀ ਨਹੀਂ। ਫਿਰ ਅਗਲੀ ਗੱਲ ਆਪਾਂ ਇਹ ਕਹਿੰਦੇ ਹਾਂ, ਮੈਂ ਆਪਣੇ ਦਰਸ਼ਕ ਵੀਰਾਂ ਨੂੰ ਗੱਲ ਕਹਿਣੀ ਚਾਹੁੰਦਾ ਵੀ ਦੇਖੋ ਧਿਆਨ ਨਾਲ ਸੁਣੋ ਮੇਰੀ ਗੱਲ, ਹੈ ਨਾ। ਗੁਰੂ ਜੀ ਕਹਿੰਦੇ ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਦੇਗ ਮੈਨੇ ਪ੍ਰਸ਼ਾਦ ਰੂਪ, ਤੁਹਾਡਾ ਘਰ, ਤੁਹਾਡੀ ਘਰ ਵਾਲੀ ਤੁਹਾਨੂੰ ਮਿਲ ਗਈ ਆ, ਹੈ ਨਾ, ਤੇ ਤੁਹਾਡਾ ਘਰ ਮਿਲ ਗਿਆ, ਤੁਹਾਡੀ ਘਰ ਵਾਲੀ ਮਿਲ ਗਈ, ਸਹੁਰੇ ਮਿਲ ਗਿਆ, ਤੁਹਾਡੀ ਜਾਇਦਾਦ 'ਚ ਰੋਟੀ ਪੈਦਾ ਹੁੰਦੀ ਹੈ, ਤੁਹਾਨੂੰ ਪ੍ਰਸ਼ਾਦ ਰੂਪ 'ਚ ਮਿਲੀ ਆ। ਗੁਰੂ ਜੀ ਕਹਿੰਦੇ ਆ ਵੀ ਤੁਸੀਂ ਇਹ ਵਧੀਆ ਇਨਸਾਨ ਬਣ ਕੇ ਵਧੀਆ ਰਹੋ, ਕੱਲ੍ਹ ਨੂੰ ਖਬਰਾਂ ਦਿਨ ਚੜ੍ਹੇ ਨਾ ਚੜ੍ਹੇ ਇਹਦਾ ਕੀ ਪਤਾ, ਠੀਕ ਹੈ ਕਿ ਨਹੀਂ। ਇਸ ਕਰਕੇ ਜਿਹੜੀ ਹੁਣ ਅਗਲੀ ਗੱਲ ਇਹ ਹੁੰਦੀ ਆ ਵੀ ਜਦੋਂ ਅਸੀਂ ਇਤਿਹਾਸ ਨਾਲ ਟੁੱਟ ਜਾਂਦੇ ਹਾਂ, ਫਿਰ ਉਸ ਕਰਕੇ ਸਾਡੇ ਘਰ ਦੇ ਵਿੱਚ ਸਾਡੇ ਆਪਣੇ ਵਿੱਚ ਔਗਣ ਪੈਦਾ ਹੁੰਦੇ ਨੇ। ਜੋ ਸਾਡੇ ਆਪਣੇ ਔਗਣ ਫਿਰ ਦੂਆਂ ਦੇ ਔਗਣ ਦੇਖਦੇ ਆ, ਕਿਉਂਕਿ ਗੁਰੂ ਜੀ ਕਹਿੰਦੇ ਆ ਜਿਨ ਲੋਇਣ ਜਗ ਦੇਖਿਆ ਸੋਏ ਲੋਇਣ ਪ੍ਰਗਾਸ਼। ਲੋਇਣ ਕਹਿੰਦੇ ਨੇ ਅੱਖਾਂ ਨੂੰ, ਵੀ ਜਿਹੇ ਤੁਹਾਡੇ ਅੰਦਰ ਜਿਹੜਾ ਪੇਟ ਆ, ਇਹ ਪੇਟ ਨਹੀਂ ਹੈ, ਇਹ ਸਾਡੀ ਦੁਕਾਨ ਆ ਸੰਸਕਾਰ ਰੂਪੀ। ਤੇ ਜਿਹੇ ਤੇ ਗਿਆਨ, ਜਿਹੇ ਤੇ ਸੰਸਕਾਰ ਭਰੇ ਨੇ। ਸੰਸਕਾਰ ਕਿਹਨੂੰ ਕਹਿੰਦੇ ਨੇ, ਤੁਹਾਡੇ ਦਾਦੇ ਨੇ ਕੀ ਕੀਤਾ, ਤੁਹਾਡੇ ਦਾਦੇ ਨੇ ਕੀ ਕ੍ਰਾਂਤੀਕਾਰੀ ਫੜਵਾਏ ਨੇ, ਕੀ ਉਹਨੇ ਮੁਸਲਮਾਨ ਲੁੱਟੇ ਹੋਏ ਪੈਸੇ ਘਰੇ ਆਏ ਨੇ, ਤੇ ਨਹੀਂ ਸਮਝ ਗਏ ਨਾ। ਉਹ ਜਿਹੜੇ ਤਸੀਸ ਤੁਹਾਡੇ 'ਚ ਉਹ ਸੰਸਕਾਰ ਉਹਨੂੰ ਕਹਿੰਦੇ ਹੁੰਦੇ ਨੇ ਵੀ ਤੁਹਾਡੇ ਉਹਨਾਂ ਨੇ ਕੀ ਬੀਜ ਬੀਜਿਆ ਹੋਇਆ, ਉਹ ਫਿਰ ਤੀਜੀ ਪੀੜ੍ਹੀ ਨੂੰ ਭੁਗਤਾਨ ਕਰਨਾ ਪੈਂਦਾ ਹੁੰਦਾ। ਜਿਹਨੂੰ ਕਹਿੰਦੇ ਨੇ ਨਾਨਕ ਆਖੇ ਰੇਮ ਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗ ਸੀਗਾ ਬੈਠਾ ਕੱਢ ਵਹੀ। ਇਹਦੇ ਵਿੱਚ ਇੱਕ ਹੋਰ ਮੈਂ ਕਹਿ ਦਿੰਦਾ ਤੁਹਾਨੂੰ, ਵਧੀਆ ਜੀ ਗੱਲ ਕਹਿ ਦਿੰਦਾ ਵੀ ਜਿਹੜੇ ਮੇਰੇ ਵੀਰ ਜਾਣੀ ਕਿ ਆਪਣੇ ਘਰ ਦੇ ਵਿੱਚ ਔਰਤਾਂ ਨੂੰ ਮੰਦਾ ਚੰਗਾ ਬੋਲਦੇ ਆ, ਕੁੱਟਦੇ ਆ, ਮਾਰਦੇ ਆ, ਵਧੀਆ ਗਾਲਾਂ ਕੱਢਦੇ ਆ, ਵਧੀਆ ਮੈਂ ਤਾਂ ਕਿ ਵਧੀਆ ਗਾਲਾਂ ਕੱਢਦੇ ਹੁੰਦੇ ਆ ਨਾ, ਵੀ ਆਹ ਨਹੀਂ ਵਧੀਆ ਲੱਗੀ, ਹੋਰ ਇਹ ਤੋਂ ਹੋਰ ਕੱਢਦੇ ਆ। ਮੇਰਾ ਵੀਰ ਬਣ ਕੇ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਹਾਡੇ ਚਰਨਾਂ 'ਚ ਬੇਨਤੀ ਆ, ਜਦੋਂ ਤੁਹਾਡੀ ਜਵਾਨ ਧੀ ਕੋਲ ਖੜੀ ਹੋਵੇ ਤਾਂ ਕਦੇ ਵੀ ਆਪਣੇ ਜੀਵਨ ਸਾਥੀ ਨੂੰ ਮੰਦਾ ਚੰਗਾ ਨਾ ਬੋਲੋ। ਉਹ ਕਿਉਂ? ਕਿਉਂਕਿ ਜਦੋਂ ਉਹ ਕੁੜੀ ਵਿਆਹੀ ਜਾਊਗੀ, ਫਿਰ ਉਹਦਾ ਜਮਾਈ ਉਹਨੂੰ ਬੋਲੂਗਾ, ਫਿਰ ਉਹਨੇ ਪਿਓ ਤੋਂ ਮਾਂ ਨੂੰ ਫੋਨ ਕਰਨਾ ਵੀ ਮਾਂ ਆ ਦੇਖ ਲੈ ਤੇਰਾ ਸੇਹੜਿਆ ਹੋਇਆ ਮੈਨੂੰ ਕਿੰਨਾ ਗਾਲਾਂ ਕੱਢਦਾ। ਉਹ ਪਤਾ ਕੀ ਕਹੂਗੀ, ਸੰਧੂ ਸਾਹਿਬ ਕਹੂਗੀ ਕੋਈ ਨਾ ਭਾਈ ਤੇਰਾ ਪਿਓ ਵੀ ਆਹੀ ਗਾਲਾਂ ਕੱਢਦਾ ਹੁੰਦਾ, ਬਈ ਕੁੜੀਆਂ ਇਸ ਕੰਮ ਨੂੰ ਬਣੀਆਂ ਹੋਈਆਂ ਨੇ, ਬਈ ਸਾਡੇ ਜਿਹੜੇ ਪਹੁੰਚੇ ਬਾਬਾ ਜੀ ਕਹਿੰਦੇ ਤੁਹਾਡੀ ਜੀ ਕਿਸਮਤ ਆ, ਤੁਹਾਡੇ ਕਰਮ ਨੇ। ਇਹਦਾ ਮਤਲਬ ਇਹ ਆ ਵੀ ਰੱਬ ਨੂੰ ਤਰਸ ਨਹੀਂ ਆਉਂਦਾ ਹੈਗਾ
ਇਹਦਾ ਮਤਲਬ ਰੱਬ ਦੀ ਕੁੜੀ ਉਹ ਨਹੀਂ ਹੈਗੀ ਜਿਹੜਾ ਨੂੰ ਤਰਸੇ ਨਹੀਂ ਆਉਂਦਾ ਹੈਗਾ। ਇਸ ਕਰਕੇ ਮੇਰੇ ਵੀਰੋ, ਇਹ 'ਚ ਰੱਬ ਦਾ ਕੋਈ ਰੋਲ ਨਹੀਂ ਹੈਗਾ। ਇਹਦੇ ਵਿੱਚ ਸਾਡੀਆਂ ਆਪਣੀਆਂ ਹੀ ਭਾਵਨਾ ਟੁੱਟ ਜਾਂਦੇ ਨੇ। ਅਸੀਂ ਹਉਮੈ ਹੰਕਾਰ ਦੇ ਵਿੱਚ ਆ ਕੇ ਇੱਕ ਦੂਜੇ ਦਾ ਵਿਨਾਸ਼ ਕਰੀ ਜਾਂਦੇ ਹਾਂ। ਬਰਮਾ ਰੋਗੀ, ਰੋਗੀ ਵਿਸ਼ਨੂੰ ਰੋਗੀ, ਸਭ ਸੰਸਾਰਾ। ਵੀ ਇਹ ਸਾਰਾ ਸੰਸਾਰ ਔਗਣਹਾਰਾ ਹੀ ਆ। ਕਦੇ ਵੀ ਘਰ ਦੇ ਵਿੱਚ ਔਗਣ ਨਾ ਦੇਖੋ। ਘਰ ਦੇ ਵਿੱਚ ਕਦੇ ਸਿਆਣੇ ਨਾ ਬਣੋ। ਸਿਆਣੇ ਪਤਾ ਕਿੱਥੇ ਬਣਨਾ ਹੁੰਦਾ? ਜਿਸ ਵੇਲੇ ਰੋਟੀ ਪੈਦਾ ਹੁੰਦੀ ਆ, ਉੱਥੇ ਸਿਆਣੇ ਬਣੋ। ਜੇ ਆਪਾਂ ਘਰ ਸਿਆਣੇ ਬਣ ਗਏ ਫਿਰ ਤਾਂ ਅਸੀਂ ਔਗਣੇ ਦੇਖਾਂਗੇ। ਫਿਰ ਜਿਹੜਾ ਤੁਸੀਂ ਸਵਾਲ ਪਾਇਆ ਉਹੀ ਸੱਚ ਹੋਊਗਾ। ਹਾਂਜੀ ਮਨਜੀਤ ਜੀ, ਤੁਸੀਂ ਸਾਡੇ ਚੈਨਲ ਰਾਹੀਂ ਕੋਈ ਔਰਤਾਂ ਲਈ ਸੁਝਾਅ ਦੇਣਾ ਚਾਹੋਗੇ ਕਿ ਉਹ ਆਪਣੇ ਆਪਣੇ ਘਰਾਂ ਵਿੱਚ ਸੁਖੀ ਰਹਿਣ? ਉਹਦੇ ਵਿੱਚ ਜਿਹੜਾ ਸੁਖੀ ਰਹਿਣ ਦਾ ਮਤਲਬ ਆ ਨਾ, ਉਹਦੇ ਵਿੱਚ ਗੁਰਬਾਣੀ ਫੈਸਲਾ ਦੇ ਸਕਦੀ ਹੈ। ਕੋ ਬੁੱਧ ਡੋਮਣੀ, ਕੋ ਦਇਆ ਕਸੈਣ, ਪਰ ਨਿੰਦਾ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ, ਜਦ ਚਾਰੇ ਬੈਠੀਆਂ ਨਾਲ। ਇਹਦਾ ਮਤਲਬ ਇਹ ਆ ਵੀ ਜਦ ਘਰਾਂ ਸਿਆਣੇ ਗੱਲਾਂ ਅਸੀਂ ਗੁਰੂ ਨਾਨਕ ਕਹਿੰਦੇ ਦੀ ਬਹੁਤ ਕਰਦੇ ਹਾਂ ਅਸੀਂ, ਪਹਿਰਾਵੇ ਬਹੁਤ ਵਧੀਆ ਪਾਉਂਦੇ ਆ। ਵੀ ਜੇ ਅੰਦਰ ਸਾਡੇ 'ਚ ਹਉਮੈ ਆ, ਹੰਕਾਰ ਆ, ਕਿਸੇ ਦੇ ਔਗਣ ਪਛਾਣ ਨਹੀਂ, ਸਾਡੇ ਸ਼ਕਤੀ ਆਈ ਹੋਈ ਆ, ਵੀ ਫਿਰ ਬਾਹਰਲੀਆਂ ਕਿਰਿਆਵਾਂ ਕੁਛ ਨਹੀਂ ਗਾ ਜਿੰਨੇ ਚਿਰ ਅਸੀਂ ਅੰਦਰੋਂ ਸੱਚ ਤਾਂ ਪਰ ਜਾਣੀ ਇਹਦੇ ਸੱਚਾ ਹੋਏ। ਠੀਕ ਹੈ ਕਿ ਨਹੀਂ? ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਸਾਡਾ ਜੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਵੱਡੇ ਆ। ਫਿਰ ਵੱਡੇ ਤਾਂ ਉਹ ਹੈ ਹੀ ਨਹੀਂ ਜਦੋਂ 200 ਬੰਦੇ ਖੜ੍ਹ ਘਰ ਆ ਕੇ ਅਸੀਂ ਮੁੱਕਰ ਜਾਂਦੇ ਹਾਂ। ਜਿਵੇਂ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਵੀ ਜਦੋਂ ਮੇਰਾ ਵਿਆਹ ਹੋਇਆ ਤੇ ਸੁਹਾਗਰਾਤ ਤੋਂ ਦੂਜੇ ਨੇ ਮੇਰੀ ਮਿਸ ਨੇ ਮੈਨੂੰ ਕਿਹਾ ਵੀ ਮੈਨੂੰ ਜੀ ਕਹਿ ਕੇ ਬੁਲਾਇਆ ਉਹਨੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਜੀ ਨਾ ਕਹੀਂ। ਨਹੀਂ, ਮੈਂ ਤੈਨੂੰ ਵੀ ਕਹੂੰਗਾ। ਉਹ ਕਹਿੰਦੀ ਵੀ ਇਹ ਕਿਉਂ? ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆਪਾਂ ਦੋਵੇਂ ਬਰਾਬਰ ਆ। ਜੇ ਘਰ ਆ ਕੇ ਮੈਂ ਵੱਡਾ ਹੋ ਗਿਆ ਫਿਰ ਉਹ ਕਾਹਦੇ ਵੱਡੇ ਹੋ ਗਏ? ਠੀਕ ਹੈ ਕਿ ਨਹੀਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹ ਆ, ਗੁਰੂ ਗ੍ਰੰਥ ਸਾਹਿਬ ਸ਼ਬਦ ਆ ਰਿਹਾ ਇੱਕ, ਡਰ ਪੇ ਧਰਤ ਆਕਾਸ਼ ਨਖੱਤਰਾ ਸਿਰ ਉੱਪਰ ਅਮਰ ਕਰਾਰਾ, ਪਾਉਣ ਪਾਣੀ ਬਸੰਤਰ, ਡਰ ਪੇ ਇੰਦਰ ਵਿਚਾਰਾ, ਏਕ ਨਿਰਭਉ ਬਾਤ ਸੁਣੀ ਸੋ ਸੁਖੀਆ, ਜੋ ਸਦਾ ਸਹਿਲਾ, ਜੋ ਗੁਰ ਮਿਲ ਗਾਏ ਗੁਣੀ, ਦੇ ਤਾਰਰ ਦੇਵਾ ਡਰ ਪੇ ਸਿੱਧ ਸਾਧ ਕੇ ਡਰ ਮੋਇਆ। ਕਿਉਂਕਿ ਸ਼ਬਦ ਲੰਬਾ। ਇਹਦੇ ਵਿੱਚ ਐਂ ਗੱਲ ਕਹਿ ਦਿੰਦੇ ਆ ਬਈ ਉਹਦੀ ਮੁੱਠੀ ਸਾਰਾ ਬ੍ਰਹਿਮੰਡ ਸਾਰਾ ਡਰ 'ਚ ਖੜਾ। ਅਸੀਂ ਸਾਡਾ ਵਜਨ ਕਿੰਨਾ? 80 ਕਿਲੋ, ਕਿਸੇ ਦਾ 90 ਕਿਲੋ ਹੋਊਗਾ। ਜਿਹੜੀ ਇੰਨੇ ਬ੍ਰਹਿਮੰਡ ਦੇ ਖਰਬਾਂ ਖਰਬਾਂ ਟਨ ਉਹਦੇ ਹੱਥ ਜੋੜੀ ਖੜੇ ਆ, ਤੇ ਅਸੀਂ ਨਹੀਂ ਡਰਦੇ ਹੈਗੇ। ਇਸ ਕਰਕੇ ਜਾਣੀ ਕਿ ਘਰ ਆ ਕੇ ਅਸੀਂ ਵੱਡੇ ਬਣ ਜਾਂਦੇ ਹਾਂ। ਫਿਰ ਉਹ ਫਿਰ ਰੱਬ ਆ ਜਿਹੜਾ ਕੋਈ ਡਾਂਗ ਨਹੀਂ ਮਾਰਦਾ ਹੁੰਦਾ, ਇਨਸਾਨੀ ਸੁੱਖ ਖਤਮ ਕਰ ਦਿੰਦਾ। ਉਹ ਤੋਂ ਬਾਅਦ ਜਿਹੜਾ ਤੁਹਾਡਾ ਅਗਲਾ ਸਵਾਲ ਹੈ, ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਵੀ ਕਦੇ ਵੀ ਆਪਣੇ ਕੋਲ ਸਿੰਘ ਨਾ ਫਸਾਓ ਜਿਹਨੇ ਤੁਹਾਨੂੰ ਕੁੜੀ ਦਿੱਤੀ ਆ। ਹੁਣ ਨਾਲੇ ਤਾਂ ਅਸੀਂ ਕੁੜੀ ਲੈ ਗਏ, ਨਾਲੇ ਸਿੰਘ ਫਸਾ ਕੇ ਬਹਿ ਗਏ। ਹੁਣ ਇਹਦੇ ਵਿੱਚ ਮੈਂ ਆਪਣੀ ਉਦਾਹਰਨ ਦਊਂਗਾ ਵੀ ਜਿਸ ਮੌਕੇ ਮੇਰੇ ਕੁੜਮ ਘਰੇ ਆਉਂਦੇ ਆ ਤਾਂ ਮੈਂ ਆਪਣੇ ਕੁੜਮਾਂ ਨੂੰ ਕਹਿੰਦਾ ਹੁੰਦਾ, ਲਓ ਜੀ ਤੁਸੀਂ ਦਰਾਂ 'ਚ ਖੜੇ ਹੋ। ਫਿਰ ਮੈਂ ਪਲੇਟ ਦੇ ਵਿੱਚ ਇੱਕ ਗੁਲਾਬ ਦਾ ਫੁੱਲ ਰੱਖਣਾ, ਨਾਲ ਉਹਦੇ ਚੌਲ ਅਤੇ ਚੀਨੀ, ਨਾਲ ਹਲਦੀ ਰੱਖਣੀ ਆ। ਅਤੇ ਉਹਨਾਂ ਨੂੰ ਫਿਰ ਦਰਾਂ 'ਚ ਜਾਣੀ ਸਾਰਾ ਕੁਝ ਦੇ ਕੇ ਮੱਥੇ ਟਿੱਕਾ ਲਾ ਕੇ ਉਹਨਾਂ ਕਹਿੰਦੇ ਹੁਣ ਤੁਸੀਂ ਅੰਦਰ ਆਓ। ਇਹਦਾ ਮਤਲਬ ਪਤਾ ਕੀ ਆ? ਜਿਹੜੇ ਸੱਜਣ ਨੇ ਉਹ ਨਿਤ ਨਵੇਂ ਨੇ ਜੇ ਮਨ 'ਚ ਖਾਰ ਨਹੀਂ ਹੈ। ਠੀਕ ਹੈ ਕਿ ਨਹੀਂ? ਜੇ ਮੰਨ ਲਓ ਮਨ 'ਚ ਖਾਰ ਆ ਫਿਰ ਦੇਖ ਲਓ, ਨਾ ਤਾਂ ਤੁਸੀਂ ਆਪਣੀ ਨੂੰਹ ਨੂੰ ਸਨਮਾਨ ਦੇ ਸਕਦੇ, ਨਾ ਕੁੜਮਾਂ ਤੋਂ ਭਲਾ ਦੇਣੇ, ਉਹਦੇ ਸਿੰਘ ਫਸੀ ਪਏ ਹੁੰਦੇ ਨੇ। ਬਾਕੀ ਦੂਜੀ ਗੱਲ ਮੈਂ ਆਪਣੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਵੀ ਜਦੋਂ ਤੁਸੀਂ ਕੋਈ ਵੀ ਤੁਹਾਨੂੰ ਕਦੇ ਗੁੱਸਾ ਵੀ ਆਉਂਦਾ ਆਪਣੇ ਘਰ ਵਾਲੇ ਕੋਈ, ਹੁਣ ਅਸੀਂ ਪੰਜਾਬੀ ਤਾਂ ਹੈ ਨਹੀਂ, ਅਸੀਂ ਤਾਂ ਪੰਜਾਬੀਆਂ ਦੂਰ ਦੇ ਰਿਸ਼ਤੇਦਾਰ, ਪੰਜਾਬੀ ਤਾਂ ਖਤਮ ਹੋ ਗਏ। ਜਿਵੇਂ ਆਪਣੇ ਆਵਾਰਾ ਗਊਆਂ ਨਹੀਂ ਫਿਰਦੀਆਂ, ਉਹ ਗਊਆਂ ਦੂਰ ਦੀਆਂ ਰਿਸ਼ਤੇਦਾਰ ਨੇ, ਗਊਆਂ ਦੀ ਦੇਸੀ ਗਊ ਨਹੀਂ ਹੈਗੇ। ਇਸ ਤਰ੍ਹਾਂ ਅਸੀਂ ਪੰਜਾਬੀ ਖਤਮ ਹੋ ਗਏ ਅਤੇ ਅਸੀਂ ਵੀ ਜਾਣੀ ਕਿ ਪੰਜਾਬੀ ਹੈ ਨਹੀਂ। ਇਹਦੀ ਇੱਕ ਉਦਾਹਰਨ ਦੇਣੀ ਚਾਹੁੰਦਾ ਇਤਿਹਾਸਕ। ਅਤੇ 16ਵੀਂ ਸਦੀ ਦੇ ਵਿੱਚ ਜਰਮਨਾਂ ਨੇ ਫਰਾਂਸ 'ਤੇ ਹਮਲਾ ਕਰਤਾ। ਜਦੋਂ ਹਮਲਾ ਕੀਤਾ ਤਾਂ ਜਦੋਂ ਜਿੱਤ ਗਏ ਉਹਨਾਂ ਨੇ ਫਿਰ ਜਰਮਨ ਦੇ ਫੌਜੀ ਸੈਨਾਪਤੀ ਇਕੱਲੇ ਇਕੱਲੇ ਨੂੰ ਕੁੜੀ ਦਿੱਤੀ। ਇੱਕ ਕੁੜੀ ਸੀਗੀ ਅਤੇ ਇੱਕ ਫੌਜੀ ਨੂੰ ਦੇ ਦਿੱਤੀ। ਉਹਨਾਂ ਤੋਂ ਸੀਗਾ ਗਿਲਜੈਂਡਰ। ਠੀਕ ਹੈ ਨਹੀਂ? ਉਹ ਜਦੋਂ ਦੇ ਦਿੱਤੀ ਅਤੇ ਉਹ ਕੰਬਣ ਲੱਗ ਗਈ। ਉਹ ਕਹਿੰਦੇ ਵੀ ਤੂੰ ਕੰਬ ਨਾ, ਮੈਂ ਇਹਨਾਂ ਸੈਨਾਪਤੀ ਨਾਲ ਗੱਲ ਕਰਦਾ ਬਈ ਆਪਾਂ ਫਰਾਂਸ ਜਿੱਤ ਲਿਆ, ਵੀ ਜਿਹੜਾ ਕੁੜੀਆਂ ਦੀ ਬੇਪਤੀ ਆਪਾਂ ਕਰਦੇ ਇਹ ਤਾਂ ਆਪਣੇ ਮੈਨੂ 'ਚ ਹੈ ਹੀ ਨਹੀਂ ਸੀਗਾ। ਉਹਨੇ ਫਿਰ ਉਹਦੇ ਕੋੜੇ ਲਵਾਏ ਸੀਗੇ। ਉਹਦੇ ਜਦੋਂ ਕੋੜੇ ਲਵਾਏ ਤਾਂ ਉਹਨੇ ਆ ਕੇ ਦਿਖਾਏ ਉਹਨੂੰ ਵੀ ਇਹ ਦੇਖ ਲਾ ਮੈਨੂੰ ਕੁੱਟਿਆ ਉਹਨੇ। ਉਹ ਬਹੁਤ ਰੋਈ। ਉਹ ਕਹਿੰਦਾ ਰੋ ਨਾ, ਕੋਈ ਨਹੀਂ, ਆਪਾਂ ਸਵੇਰੇ ਫੈਸਲਾ ਕਰਦੇ ਹਾਂ। ਉਹਨੇ ਜਾ ਕੇ ਸੈਨਾਪਤੀ ਮਾਰਤਾ। ਫਿਰ ਉਹ ਰਾਸ਼ਟਰਪਤੀ ਬਣ ਗਿਆ। ਉਹਨੇ ਕਿਹੜਾ ਬਾਬੇ ਨਾਨਕ ਦੀ ਬਾਣੀ ਪੜ੍ਹੀ ਸੀ ਵੀ ਸੋ ਕੇ ਮੰਦਾ ਆਖੀਏ ਜਿਹਦੇ ਜੰਮੇ ਰਜਾਨ। ਠੀਕ ਹੈ ਕਿ ਨਹੀਂ? ਵੀ ਜੇ ਮੰਨ ਲਾ ਵੀ ਉਹਨੇ ਤਾਂ ਬਾਣੀ ਪੜ੍ਹੀ ਨਹੀਂ। ਅਤੇ ਇਹ ਸਾਡਾ ਇਤਿਹਾਸ ਆ। ਸ਼ਹੀਦ ਭਗਤ ਸਿੰਘ ਮੁਹੱਬਤ ਬਾਰੇ ਬਹੁਤ ਜ਼ੋਰਦਾਰ ਜਜ਼ਬਾ ਦਿੰਦੇ ਆ ਵੀ ਉਹ ਮੈਚ ਨਹੀਂ ਸੀ ਜਿਹਨੇ ਇਨਕਲਾਬ ਦੀਆਂ ਜੰਗਾਂ ਲੜੀਆਂ। ਜਿਹੜੀ ਉਹ ਕੁੜੀ ਨੂੰ ਪਿਆਰ ਕਰਦਾ ਸੀ। ਫਿਰ ਜਦੋਂ ਉਹ ਹਾਰ ਗਿਆ ਜਾਣੀ ਕਿ ਉਹਨੇ ਆਤਮ ਹੱਤਿਆ ਕਰ ਲੈਣੀ ਸੀਗੀ। ਫਿਰ ਜਦੋਂ ਆਤਮ ਹੱਤਿਆ ਕਰਨ ਲੱਗਿਆ ਹੀ ਸੀ, ਜੋ ਜਾਣੀ ਕਿ ਸ਼ਹੀਦ ਭਗਤ ਸਿੰਘ ਆਪਣੇ ਲੇਖ 'ਚ ਲਿਖਦੇ ਆ, ਫਿਰ ਉਹਨੂੰ ਉਹ ਕੁੜੀ ਦਾ ਖਤ ਮਿਲਿਆ। ਉਹ ਕਹਿੰਦਾ ਉਹ ਮੈਚ ਨਹੀਂ, ਮੈਨੂੰ ਪਤਾ ਵੀ ਤੂੰ ਵੀ ਬਹੁਤ ਟੁੱਟ ਗਿਆ ਹੋਵੇਂਗਾ, ਹੋ ਸਕਦਾ ਤੂੰ ਆਤਮ ਹੱਤਿਆ ਬਾਰੇ ਸੋਚਦੀ ਹੋਵੇਂਗਾ, ਪਰ ਹੁਣ ਤੇਰੇ ਨਾਲ ਮੈਂ ਤੇਰੇ ਨਾਲ ਲੜੂੰਗੀ। ਫਿਰ ਉਹ ਤੀਜੀ ਜੰਗ ਲੜਿਆ, ਉਹ ਰਾਸ਼ਟਰਪਤੀ ਬਣ ਗਿਆ। ਇਸ ਤਰ੍ਹਾਂ ਮੇਰੇ ਵੀਰੋ ਵੀ ਜਿਹੜਾ ਮੈਂ ਤੁਹਾਡੇ ਮੂਹਰੇ ਬੋਲ ਰਿਹਾ ਇਹ ਵੀ ਮੇਰਾ ਜਿਹੜਾ ਜੀਵਨ ਸਾਥੀ ਆ ਉਹਦੇ ਮੇਰੇ ਚਰਨਾਂ ਦਾ ਭਾਗ ਆ। ਇੱਕ ਹੁੰਦੀ ਆ ਘਰ ਵਾਲੀ ਅਤੇ ਘਰ ਵਾਲਾ, ਇੱਕ ਹੁੰਦਾ ਜੀਵਨ ਸਾਥੀ ਜੀਵਨ ਸਾਥਣ। ਇਹ 'ਚ ਅਰਬਾਂ ਕਿਲੋਮੀਟਰ ਦਾ ਫਰਕ ਆ। ਘਰ ਵਾਲੀ ਕਿਹੜੀ ਹੁੰਦੀ ਆ ਬਈ ਬਾਹਰ ਚੰਗੇ ਭਲੇ ਹੁੰਦੇ ਆ, ਘਰ ਆ ਕੇ ਅਸੀਂ ਤਿਲ ਮਹਿਸ ਨੂੰ ਕੋੜੇ ਝੱਕਣ ਲੱਗ ਜਾਂਦੇ ਹਾਂ। ਫਿਰ ਉਹ ਤੋਂ ਬਾਅਦ ਫਿਰ ਅਸੀਂ ਪੰਚਾਇਤਾਂ 'ਚ ਕਚਹਿਰੀਆਂ 'ਚ ਥਾਣੇ ਖਿੱਚੀ ਫਿਰਦੇ ਹਾਂ। ਉਹ ਘਰ ਵਾਲੀਆਂ ਨੇ। ਜਿਹੜਾ ਜੀਵਨ ਸਾਥੀ ਹੁੰਦਾ ਉਹ 80 ਕਰੋੜ 'ਚ ਇੱਕ ਨੂੰ ਪਤਾ ਹੁੰਦਾ
ਹੁਣ ਤੁਹਾਨੂੰ ਸਵਾਲ ਤੁਹਾਡੇ ਮਗਰ ਪੈਦਾ ਹੋ ਗਿਆ ਵੀ ਵੈਜ ਦੇ 80 ਕਰੋੜ ਕਾਹਦੇ ਤੁਸੀਂ ਘੱਟ ਵੱਧ ਕਹਿ ਲਓ, ਤੁਸੀਂ ਕਰੋੜ ਕਹਿ ਲਓ, 10 ਲੱਖ ਕਹਿ ਲਓ, ਇਹ ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਆ। ਕੋਟਨ ਮਹਿ ਨਾਨਕ ਕਉ ਨਰੈਣ ਜੇ ਚੀਤ। ਕੋਟ ਹੁੰਦਾ 40 ਕਰੋੜ ਦਾ, ਨੰਨਾ ਪੈ ਗਿਆ 80 ਕਰੋੜ ਹੋ ਗਿਆ। ਮੈਂ ਕਹਿੰਦੇ ਨੇ ਸੰਸਾਰ ਨੂੰ, ਨਾਨਕ ਜੀ ਕਹਿੰਦੇ ਨੇ ਕਉ ਕਹਿੰਦੇ ਨੇ ਇੱਕ ਨੂੰ, ਨਰੈਣ ਕਹਿੰਦੇ ਨੇ ਕੁਦਰਤ ਨੂੰ, ਜੇ ਕਹਿੰਦੇ ਨੇ ਸਰੀਰ ਨੂੰ, ਚੀਤ ਕਹਿੰਦੇ ਨੇ ਮਨ ਆਤਮਾ ਦਿਮਾਗ ਨੂੰ। 80 ਕਰੋੜ ਇੱਕ ਨੂੰ ਪਤਾ ਹੁੰਦਾ ਬਈ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕਿਤੇ ਕਿਉਂ ਕਹਿੰਦੇ ਆ। 80 ਕਰੋੜ ਇੱਕ ਨੂੰ ਪਤਾ ਹੁੰਦਾ ਵੀ ਘਰ ਵਾਲੀ ਤੇ ਘਰ ਵਾਲਾ ਜੀਵਨ ਸਾਥੀ ਇਹ 'ਚ ਅਰਬਾਂ ਕਿਲੋਮੀਟਰ ਦਾ ਫਰਕ ਕਿਉਂ ਆ। 80 ਕਰੋੜ ਇੱਕ ਨੂੰ ਪਤਾ ਹੁੰਦਾ ਅਸੀਂ ਇੱਕ ਮਾਂ ਤੇ ਪਿਓ ਦੇ ਧੀ ਪੁੱਤ ਨੇ, ਰੰਗਾਂ ਤੇ ਵੱਖੋ ਵੱਖਰੇ ਆਉਂਦੇ ਆ, ਸੀਗਾ ਕਿ ਨਹੀਂ। ਉਹ ਇੱਕ ਨੂੰ ਪਤਾ ਹੁੰਦਾ ਸਾਰਿਆਂ ਨੂੰ ਨਹੀਂ, ਕਿਉਂਕਿ ਪਤਾ ਕਿਹਨੂੰ ਹੋਊਗਾ, ਪਤਾ ਉਹਨੂੰ ਹੋਊਗਾ ਜਿਹਦੇ ਘਰ ਦੇ ਵਿੱਚ 3 ਦੇਵੀਆਂ ਦਾ ਮਾਣ ਹੋਊਗਾ। ਪਹਿਲੀ ਦੇਵੀ ਮਾਤਾ ਸ਼੍ਰੀ, ਦੂਜਾ ਜੀਵਨ ਸਾਥੀ, ਤੀਜੀ ਨੂੰਹ ਰਾਣੀ। ਜਦੋਂ 3 ਦੇਵੀਆਂ ਦਾ ਮਾਣ ਹੋਵੇ ਹਉਮੈ ਖਤਮ ਹੋ ਜਾਂਦੀ ਆ, ਠੀਕ ਆ ਕਿ ਨਹੀਂ। ਤੇ ਜਦੋਂ ਹਉਮੈ ਖਤਮ ਹੋ ਗਈ ਤਾਂ ਫਿਰ ਉੱਥੇ ਸਾਰਾ ਆਪਣੇ ਮਿੱਤਰਾਂ ਦਾ ਹੀ ਆ। ਫਿਰ ਕੁੜਮ ਵੀ ਖੋਜ, ਇਤਿਹਾਸ ਵੀ ਖੋਜ, ਗਵਾਂਢੀ ਵੀ ਖੋਜ, ਸੰਸਾਰ ਵੀ ਖੋਜ, ਨਾਲੇ ਇਤਿਹਾਸ ਪੈਦਾ ਕਰਕੇ